ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਪ੍ਰੀਤਮ ਜੀ ਦਾ ਤੀਸਰਾ ਭਾਗ, ਆਓ ਪਿਆਰ ਨਾਲ ਸਰਵਣ ਕਰੀਏ ਜੀ। ਇਸ ਵੇਲੇ ਜੀਵਣਾ ਤੇ ਵੈਦ ਜੀ ਕੋਲ ਬੈਠੇ ਸਨ। ਉਧਰ ਪਰ ਮਿਲਿਆ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਔਰ ਕੁਝ ਚਿਰ ਅੱਖਾਂ ਬੰਦ ਰਹੀਆਂ। ਇਹ ਕੌਤਕ ਦੇਖ ਕੇ ਵੈਦ ਜੀ ਅਚੰਭਤ ਹੋ ਗਏ। ਕੁਝ ਦੇਰ ਮਗਰੋਂ ਦੋਵੇਂ ਜਣੇ ਤੇ ਕਾਕੀ ਜਦ ਲੰਗਰ ਵਿੱਚ ਬੈਠੇ ਸਨ, ਵੈਦ ਤੋਂ ਰਿਹਾ ਨਾ ਗਿਆ। ਕਹਿਣ ਲੱਗੇ, ਬਚੀਏ, ਇਹ ਪ੍ਰੀਤਮ ਜੀ ਕੀ ਜਾਦੂ ਵਾਲੇ ਅੱਖਰ ਸਨ ਕਿ ਦਾਤਾ ਜੀ ਵੀ ਰੋ ਪਏ, ਤੂੰ ਵੀ ਰੋ ਪਈ ਤੇ ਅਸੀਂ ਵੀ ਥਰਰਾਏ। ਕਾਕੀ, ਕਵਿਰਾਜ ਜੀ, ਮੈਂ ਆਪ ਨੂੰ ਆਪਣੀ ਸਰਸਰੀ ਵਿਥਿਆ ਤਾਂ ਸੁਣਾਈ ਸੀ, ਪਰ ਇਹ ਪ੍ਰੀਤਮ ਜੀ ਕਹਿੰਦੇ ਰੋ ਪਈ। ਪ੍ਰੀਤਮ ਜੀ ਹੀ ਕੋਈ ਜਾਦੂ ਦੀ ਖੇਡ ਹੈ ਜਿਸ ਦਾ ਮੈਨੂੰ ਵੀ ਪਤਾ ਨਹੀਂ। ਇਹ ਜੋ ਬਿਮਾਰ ਪਏ ਹਨ, ਇਸ ਭੇਤ ਨੂੰ ਜਾਣਦੇ ਹਨ। ਮੈਨੂੰ ਵਿਦਿਆ ਦੇ ਮਗਰੋਂ ਚਰਚਾ ਦਾ ਸ਼ੌਕ ਬਹੁਤ ਸੀ। ਚੰਗੇ ਚੰਗੇ ਸਾਧੂ ਤੇ ਪੰਡਤ ਆ ਕੇ ਮੇਰੇ ਨਾਲ ਝਗੜਦੇ ਤੇ ਸਾਰੇ ਸ਼ਾਬਾਸ਼ ਦੇ ਕੇ ਜਾਇਆ ਕਰਦੇ ਸਨ। ਇੱਕ ਦਿਨ ਪਿਤਾ ਜੀ ਇਹਨਾਂ ਨੂੰ ਯਾਨੀ ਦਾਤਾ ਜੀ ਨੂੰ ਨਾਲ ਲੈ ਆਏ। ਇਹ ਥੋੜੇ ਦਿਨਾਂ ਤੋਂ ਕਦੀ ਕਦੀ ਨਦੀ ਕਿਨਾਰੇ ਆ ਵਿਚਰਿਆ ਕਰਦੇ ਸਨ। ਮੈਨੂੰ ਪਿਤਾ ਜੀ ਕਹਿਣ ਲੱਗੇ, ਇਹ ਸਾਧੂ ਬੀਤਰਾਗ ਜਾਪਦਾ ਹੈ। ਮਾਲੂਮ ਹੁੰਦਾ ਹੈ ਕਿ ਵਿਦਿਆ ਪਾ ਕੇ ਗਿਆਤਗੇ ਹੋ ਗਿਆ ਹੈ ਔਰ ਬੀਤਰਾਗ ਹੋ ਕੇ ਸਿੱਖਿਆ ਹਿਤ ਜਗਤ ਵਿੱਚ ਵਿਚਰ ਰਿਹਾ ਹੈ। ਇਸ ਨਾਲ ਵਿਚਾਰ ਕਰਨੀ ਲਾਭ ਦੇਵੇਗੀ। ਸੋ ਪਿਤਾ ਜੀ ਕਦੇ ਕਦੇ ਇਹਨਾਂ ਨੂੰ ਘਰ ਲਿਆਉਂਦੇ ਤੇ ਅਸੀਂ ਸਤਿਕਾਰ ਨਾਲ ਭੋਜਨ ਖਵਾਉਂਦੇ ਹੁੰਦੇ ਸਾਂ। ਮੈਂ ਕਈ ਵਾਰ ਚਰਚਾ ਲਈ ਛੇੜਛਾੜ ਕੀਤੀ, ਪਰ ਇਹ ਅਟੰਕ ਰਹੇ। ਇੱਕ ਦਿਨ ਮੈਂ ਆਖਿਆ ਕਿ ਕੁਛ ਮਤ ਦਿਓ, ਤਾਂ ਕਹਿਣ ਲੱਗੇ, ਮਤ ਤਾਂ ਬਥੇਰੀ ਹੈ, ਮਤ ਮਾਰੀ ਜਾਏ ਤਾਂ ਚੰਗੀ ਹੈ। ਮੈਂ ਹੱਕੀ ਬੱਕੀ ਹੋ ਗਈ। ਇਹਨਾਂ ਦੇ ਸਰੀਰ ਦਾ ਜੱਬਾ ਐਸਾ ਸੀ ਕਿ ਸਾਡੇ ਪਰ ਭੈ ਤੇ ਪਿਆਰ ਦੀ ਛਾਇਆ ਪੈ ਜਾਇਆ ਕਰਦੀ ਸੀ। ਮੈਂ ਉੱਤਰ ਤਾਂ ਨਾ ਦੇ ਸਕੀ, ਪਰ ਇਹਨਾਂ ਨੇ ਹੱਸ ਕੇ ਕਿਹਾ, ਸਿਆਣਪਾਂ ਨਾਲ ਮਨ ਸਿਆਣਾ ਹੋ ਜਾਂਦਾ ਹੈ, ਕਿਸੇ ਹੋਰ ਤਰ੍ਹਾਂ ਦੇ ਖਿੰਡਾਅ ਵਿੱਚ ਖਿੰਡ ਜਾਂਦਾ ਹੈ, ਪਰ ਇਕੱਠਾ ਹੋ ਕੇ ਸੂਤ ਨਹੀਂ ਹੁੰਦਾ। ਅੱਜ ਮੈਨੂੰ ਕੁਝ ਸੋਚ ਪਈ। ਅੱਜ ਮੇਰੇ ਵਿਦਿਆ ਦੇ ਨਸ਼ੇ ਵਿੱਚ ਜੋ ਮੈਨੂੰ ਚੜ ਰਿਹਾ ਸੀ, ਪਹਿਲੀ ਚੋਭ ਪਈ ਔਰ ਸੋਚਾਂ ਵਿੱਚ ਸੋਚਾਂ ਪੈ ਗਈਆਂ ਕਿ ਇਹ ਕੀ ਗੱਲ ਹੈ। ਇੱਕ ਦਿਨ ਫਿਰ ਆਏ ਤਾਂ ਮੈਂ ਫਿਰ ਕਿਹਾ ਕਿ ਕੋਈ ਚਰਚਾ ਕਰਨੀ ਹੈ ਆਪ ਨਾਲ। ਕਹਿਣ ਲੱਗੇ, ਚਰਚਾ ਦਾ ਕੀ ਅਰਥ ਹੈ? ਜਾਂ ਮੈਂ ਦੱਸਿਆ ਵਿਚਾਰ ਕਰਨਾ, ਬਹਿਸ ਕਰਨੀ, ਤਾਂ ਕਹਿਣ ਲੱਗੇ, ਹਾਂ ਧਾਤੂ ਅਰਥ ਠੀਕ ਹੈ, ਚਰਚ ਹੈ, ਪੜ੍ਹਨਾ, ਪੁੱਛਣਾ, ਝਾੜਨਾ, ਬਹਿਸਣਾ, ਪਰ ਠੀਕ ਚਰਚਾ ਉਹੀ ਕਰ ਸਕਦਾ ਹੈ ਜੋ ਚਾਹ ਨੂੰ ਚਰ ਲਵੇ। ਚਰ ਜਮਾ ਚਾਹ, ਹਾਂ ਉਹ ਚਰਚਾ ਕਰ ਸਕਦਾ ਹੈ। ਜੋ ਅਚਾਹ ਹੋ ਜਾਏ ਹਾਰ ਜਿੱਤ ਤੋਂ। ਇਹ ਕਹਿ ਕੇ ਹੱਸ ਪਏ ਤੇ ਮੈਨੂੰ ਸੋਚ ਪੈ ਗਈ। ਫਿਰ ਇੱਕ ਦਿਨ ਮੈਂ ਕੁਝ ਕਿਹਾ ਤਾਂ ਕਹਿਣ ਲੱਗੇ, ਤੂੰ ਕੌਣ ਹੈ? ਮੈਂ, ਜੋ ਸਾਹਮਣੇ ਬੈਠੀ ਹਾਂ। ਦਾਤਾ, ਸਾਹਮਣੇ ਤਾਂ ਮਿੱਟੀ ਦਾ ਪਿੰਡ ਬੈਠਾ ਹੈ। ਮੈਂ ਮਿੱਟੀ ਦਾ ਪਿੰਡ ਤਾਂ ਨਹੀਂ। ਦਾਤਾ, ਫਿਰ ਤੂੰ ਕੌਣ ਹੈ? ਮੈਂ ਆਤਮਾ ਹਾਂ, ਪਰਮਾਤਮਾ ਹਾਂ, ਬ੍ਰਹਮ ਹਾਂ। ਦਾਤਾ ਜੀ ਹੱਸ ਕੇ ਕਹਿਣ ਲੱਗੇ, ਆਪਾ ਪਛਾਣ ਕੇ ਕਹਿ ਰਹੀ ਹੈ? ਮੈਂ, ਹਾਂਜੀ। ਦਾਤਾ, ਪਛਾਣ ਕੇ ਆਓ ਹਾਂ ਪੜਤਾਲ ਕਰੀਏ। ਹੋਰ ਵਿਦਿਆ ਪਾਉਣ ਨੂੰ ਜੀ ਕਰਦਾ ਹੈ, ਹੋਰ ਪਦਾਰਥ ਨੂੰ ਚਿੱਤ ਕਰਦਾ ਹੈ, ਹੋਰ ਸ਼ੋਭਾ ਨੂੰ ਮਨ ਲੋਚਦਾ ਹੈ। ਮੈਂ, ਜੀ ਹਾਂ, ਇਉਂ ਤਾਂ ਕਰਦਾ ਹੈ। ਦਾਤਾ, ਤਾਂ ਤੂੰ ਚਾਹ ਵਿੱਚ ਹੈ। ਮੈਂ, ਹਾਂ ਤਾਂ ਸਹੀ। ਦਾਤਾ, ਤੇਰੇ ਹੰਕਾਰ ਅੱਗੇ ਕੋਈ ਰੋਕ ਪਾਏ ਤਾਂ ਗੁੱਸਾ ਚੜ੍ਹਦਾ ਹੈ, ਕਲੇਸ਼ ਵਾਪਰਦੇ ਹਨ। ਮੈਂ ਅਚੱਕ ਕੇ ਕਿਹਾ, ਹਾਂ ਜੀ, ਹੁੰਦੀ ਤਾਂ ਇਵੇਂ ਹੀ ਹੈ। ਦਾਤਾ, ਤੂੰ ਤਾਂ ਕਲੇਸ਼ ਕਰਮ ਵਿੱਚ ਹੈ। ਅੱਛਾ, ਬ੍ਰਹਮ ਦਾ ਲੱਛਣ ਕਰੋ। ਮੈਂ, ਅਚਾ ਨਿਰਵਿਕਾਰ ਸ਼ੁੱਧ ਕਲੇਸ਼
ਕਰਮ ਤੋਂ ਪਰੇ ਤ੍ਰੈਕਾਲ ਆਬਾਦ ਸਤਚਿਤ ਆਨੰਦ। ਦਾਤਾ ਫਿਰ ਤੇਰੇ ਤੇ ਤੇਰੇ ਬ੍ਰਹਮ ਦੇ ਲੱਛਣ ਨਹੀਂ ਮਿਲਦੇ। ਮੈਂ ਜ਼ਰਾ ਘਬਰਾ ਕੇ ਕਿਹਾ, ਹੈ ਤਾਂ ਠੀਕ। ਦਾਤਾ ਫਿਰ ਪਛਾਣ ਕੇ ਨਹੀਂ ਕਿਹਾ, ਅੱਛੀ ਤਰ੍ਹਾਂ ਜੋਖ ਕੇ ਤੇ ਪਛਾਣ ਕੇ ਕਹੋ ਤੂੰ ਕੌਣ ਹੈ। ਮੈਂ ਕੀ ਕਹਾਂ ਮੈਂ ਕੌਣ ਹਾਂ? ਹਾਂ ਤਾਂ ਬ੍ਰਹਮ ਸਰਬੰ ਖਲਵਿਦੰ ਬ੍ਰਹਮ ਹੈ, ਤੇ ਮੈਂ ਸਰਬ ਦੇ ਵਿੱਚ ਉਸ ਤੋਂ ਭਿੰਨ ਕਿਵੇਂ ਹੋ ਸਕਦੀ ਹਾਂ? ਦਾਤਾ ਹੋ ਸਕਦੀ ਜਾਂ ਹੋਣਾ ਚਾਹੀਦਾ ਹੈ ਕੁਛ ਨਹੀਂ ਸਕਦਾ ਤੇ ਚਾਹੀਦਾ ਨਿਸ਼ਚੇ ਪੂਰਵਕ ਵਾਕ ਨਹੀਂ ਹਨ। ਨਿਸ਼ਚਿਤ ਗੱਲ ਪਛਾਣ ਤੇ ਕਹੋ ਤੂੰ ਕੌਣ ਹੈ। ਮੈਂ ਸਰੀਰ ਮਨ ਬੁੱਧ ਚਿੱਤ ਹੰਕਾਰ ਦੀਆਂ ਉਪਾਧੀਆਂ ਵਿੱਚ ਵੇੜਿਆ ਹੋਇਆ ਮਾਇਆ ਸਬਲ ਬ੍ਰਹਮ ਹਾਂ, ਪਰ ਇਹ ਸਭ ਮਾਇਆ ਮਾਤਰ ਹੈ ਅਰ ਮੈਂ ਸ਼ੁੱਧ ਹਾਂ, ਅਰ ਇਹ ਮਾਇਆ ਵੀ ਕੁਝ ਨਹੀਂ ਪਰਮ ਮਾਤਰ ਹੈ, ਤਾਂ ਤੇ ਮੈਂ ਸ਼ੁੱਧ ਹੀ ਹਾਂ। ਦਾਤਾ ਜੀ ਨੇ ਇੱਕ ਧੱਪਾ ਮੇਰੀ ਪਿੱਠ ਵਿੱਚ ਮਾਰਿਆ। ਮੈਂ ਉਈ ਰੱਬਾ ਪੀੜ। ਸਾਈਂ ਲੋਕ ਜੀ ਇਹ ਕੀ ਚਰਚਾ ਦਾ ਰਸਤਾ ਹੈ? ਦਾਤਾ ਕੀ ਹੋਇਆ? ਮੈਨੂੰ ਪੀੜ ਹੋਈ ਹੈ। ਦਾਤਾ ਸ਼ੁੱਧ ਬ੍ਰਹਮ ਨੂੰ ਕਿ ਬੁੱਧੀ ਨੂੰ, ਮਨ ਨੂੰ ਕਿ ਸਰੀਰ ਨੂੰ? ਮੈਂ ਘਬਰਾ ਕੇ ਮੈਨੂੰ। ਦਾਤਾ ਇਹ ਮੈਨੂੰ ਕੌਣ ਹੈ? ਮੈਂ ਸ਼ੁੱਧ। ਦਾਤਾ ਸ਼ੁੱਧ ਨੂੰ ਪੀੜ ਹੋਈ ਹੈ? ਮੈਂ ਘਬਰਾ ਕੇ ਸ਼ੁੱਧ ਤਾਂ ਪੀੜਾਂ ਤੋਂ ਪਰੇ ਹੈ। ਦਾਤਾ ਫਿਰ ਪੀੜ ਕਿਸ ਨੂੰ ਹੋਈ? ਮੈਂ ਪੀੜ ਵਿੱਚ ਮੇਰਾ ਅਭਿਆਸ ਹੈ। ਵਾਸਤਵ ਵਿੱਚ ਪੀੜ ਕੋਈ ਸ਼ੈ ਨਹੀਂ, ਮੇਰਾ ਜਨਮ ਦਾ ਅਭਿਆਸ ਹੋ ਗਿਆ ਹੈ, ਇਸ ਕਰਕੇ ਪੀੜ ਪ੍ਰਤੀਤ ਹੁੰਦੀ ਹੈ। ਦਾਤਾ ਜਦ ਤੂੰ ਸ਼ੁੱਧ ਹੈ ਤਾਂ ਇਹ ਅਭਿਆਸ ਕਿਸ ਨੂੰ ਹੈ? ਮੈਂ ਸ਼ੁੱਧ ਨੂੰ। ਦਾਤਾ ਸ਼ੁੱਧ ਨੂੰ, ਸ਼ੁੱਧ ਤਾਂ ਅਸੰਗ ਹੈ, ਉਸ ਵਿੱਚ ਅਭਿਆਸ ਦਾ ਨਿਸ਼ਚਾ ਕਿਕੂ ਹੈ? ਮੈਂ ਘਬਰਾ ਕੇ ਹੈ ਤਾਂ ਠੀਕ, ਪਰ ਮੈਂ ਕੀ ਆਖਾਂ? ਦਾਤਾ ਪਛਾਣ ਕੇ ਕਹੋ ਕਿ ਤੂੰ ਕੌਣ ਹੈ। ਮੈਂ ਹਾਂ ਤਾਂ ਸ਼ੁੱਧ, ਪਰ ਮੇਰੇ ਅੰਦਰ ਸੰਸਾ ਜੇ ਹੈ। ਦਾਤਾ ਸੰਸਾ ਸ਼ੁੱਧ ਨਹੀਂ, ਮੈਲ ਹੈ। ਮੈਂ ਠੀਕ। ਦਾਤਾ ਜਿੱਥੇ ਮੈਲ ਹੈ ਉੱਥੇ ਪ੍ਰਕਾਸ਼ ਨਹੀਂ, ਜਿੱਥੇ ਪ੍ਰਕਾਸ਼ ਨਹੀਂ ਉੱਥੇ ਨਿਸ਼ਚਿਤ ਪਛਾਣ ਨਹੀਂ। ਮੈਂ ਹੈ ਤਾਂ ਠੀਕ। ਦਾਤਾ ਤਦ ਤੂੰ ਆਪੇ ਨੂੰ ਪਛਾਣਦੀ ਨਹੀਂ, ਸੁਣੇ ਸੁਣਾਏ ਪਈ ਆਖਦੀ ਹੈ ਮੈਂ ਸ਼ੁੱਧ ਹਾਂ। ਮੈਂ ਸੁਣ ਸੁਣਾ ਕੇ ਤਾਂ ਨਹੀਂ, ਪਰ ਵਿਦਿਆ ਪਾ ਕੇ ਬੁੱਧੀ ਵਿੱਚ ਨਿਸ਼ਚਿੰਤ ਹੋ ਕੇ। ਦਾਤਾ ਪਰ ਅਨੁਭਵ ਨਹੀਂ ਕਰਦੀ ਕਿ ਜੋ ਕੁਝ ਤੂੰ ਹੈ ਉਸ ਵਿੱਚ ਸੰਸਾ ਹੈ, ਜਾਂ ਜੋ ਕੁਝ ਪੜ੍ਹਿਆ ਹੈ ਉਸ ਨੂੰ ਅਜੇ ਅਨੁਭਵ ਨਹੀਂ ਕਰਦੀ, ਸੋ ਵਾਸਤਵ ਵਿੱਚ ਤੂੰ ਆਪੇ ਨੂੰ ਨਹੀਂ ਪਛਾਣਦੀ। ਮੈਂ ਹਾਂ ਇਉਂ ਠੀਕ ਹੈ। ਦਾਤਾ ਤਦ ਤੂੰ ਅੰਨੀ ਹੈ। ਮੈਂ ਘਬਰਾ ਕੇ ਮੈਂ ਤਾਂ ਸੁਜਾਖੀ ਹਾਂ। ਦਾਤਾ ਹਾਂ ਸਰੀਰ ਕਰਕੇ, ਪਰ ਉਹ ਅੰਧਕਾਰ ਹੋਰ ਹੈ। ਮੈਂ ਉਹ ਕੀ ਹੈ? ਦਾਤਾ ਉਹ ਅੰਨਾ ਹੈ ਜੋ ਆਪੇ ਨੂੰ ਨਾ ਪਛਾਣੇ। ਜੋ ਆਪਾ ਨਹੀਂ ਪਛਾਣਦਾ ਉਸਨੇ ਬ੍ਰਹਮ ਨੂੰ, ਰੱਬ ਨੂੰ ਕੀ ਪਛਾਣਨਾ ਹੈ? ਮੈਂ ਤਰਬਕ ਕੇ ਜੋ ਆਪਾ ਨਾ ਪਛਾਣੇ ਉਹ ਅੰਨਾ ਹੈ ਤਾਂ ਠੀਕ, ਪਰ ਮੈਂ ਤਾਂ ਪਛਾਣਦੀ ਹਾਂ ਸੱਚੀ, ਪਰ ਅਜੇ ਅਧਿਆਸ ਹੈ। ਅਧਿਆਸ ਕਰਕੇ ਸ਼ੁੱਧੀ ਸ਼ੁੱਧਤਾ ਦੇ ਨਿਸ਼ਚੇ ਵਿੱਚ ਸੰਸਾ ਹੈ, ਤਾਂ ਤੇ ਮੈਂ ਨਿਸ਼ਚਿਤ ਨਹੀਂ ਪਛਾਣਦੀ। ਜਿਸ ਨੂੰ ਦਾਤਾ ਅਨੁਭਵ ਕਹਿੰਦਾ ਹੈ ਉਸ ਲੇਖੇ ਠੀਕ ਮੈਂ ਅੰਨੀ ਹਾਂ। ਇਹ ਮੈਂ ਸੋਚ ਰਹੀ ਸਾਂ ਕਿ ਦਾਤਾ ਜੀ ਨੇ ਨੈਣ ਮੀਟ ਕੇ ਕਿਹਾ ਪ੍ਰੀਤਮ ਜੀ। ਉਹਨਾਂ ਦੇ ਨੇਤਰਾਂ ਤੋਂ ਨੀਰ ਵਗਿਆ ਤੇ ਚਿਹਰੇ ਤੇ ਅਚਰਜ ਪਿਆਰ ਤੇ ਵੈਰਾਗ ਦਾ ਰੰਗ ਆ ਗਿਆ। ਉਹਨਾਂ ਦੇ ਕਹਿਣ ਵਿੱਚ ਕੁਝ ਐਸੀ ਥਰਾਹਟ ਸੀ ਕਿ ਮੇਰੇ ਸਰੀਰ ਵਿੱਚ ਝਰਨਾਹਟ ਛਿੜ ਗਈ, ਨੈਣ ਮੁੰਦ ਗਏ, ਅਥਰੂ ਭਰੇ ਤੇ ਇੱਕ ਧੂ ਜਿਹੀ ਪੈ ਗਈ। ਕੁਝ ਚਿਰ ਮਗਰੋਂ ਦਾਤਾ ਜੀ ਉੱਠ ਟੁਰੇ। ਮੈਂ ਕਿਹਾ ਸਵਾਮੀ ਜੀ ਠਹਿਰੋ, ਕੁਝ ਬ੍ਰਹਮ ਗਿਆਨ ਤੇ ਹੋਰ ਵਿਚਾਰ ਕਰੀਏ। ਕਹਿਣ ਲੱਗੇ ਤੂੰ ਅੰਨੀ ਹੈ, ਅੰਨੇ ਨਾਲ ਰੰਗ ਰੂਪ ਦਾ ਕੀ ਵਿਚਾਰ? ਕਹਿੰਦੇ ਕਹਿੰਦੇ ਟੁਰੀ ਗਏ। ਤੂੰ ਅੰਨੀ ਹੈ। ਅੱਜ ਪਹਿਲਾ ਦਿਨ ਸੀ ਕਿ ਮੈਂ ਆਪਣੀ ਸ਼ਾਨ ਵਿੱਚ ਇਹ ਕੁਝ ਸੁਣਿਆ। ਜੇ ਮੈਂ ਪਿਤਾ ਨੂੰ ਕਹਿੰਦੀ ਕਿ ਮੈਨੂੰ
ਫੁਕਰੇ ਨੇ ਗਾਲ ਦਿੱਤੀ ਹੈ ਤਾਂ ਉਸ ਨੂੰ ਚੁਕਵਾ ਕੇ ਨਦੀ ਵਿੱਚ ਸਿਟਵਾ ਦਿੰਦੇ। ਪਰ ਮੇਰੇ ਵਿੱਚ ਹਿਆ ਕਿੱਥੇ ਸੀ ਕਿ ਉਸ ਚੰਗੇ ਦੇ ਵਿਰੁੱਧ ਕੁਝ ਬਿਰਕਦੀ। ਇਸ ਤੋਂ ਮਗਰੋਂ ਮੈਂ ਜਿੱਧਰ ਗਈ ਜੋ ਕੰਮ ਫੜਿਆ, ਮੇਰੇ ਕੰਨਾਂ ਵਿੱਚ ਇਹੋ ਆਵਾਜ਼ ਰੜਕੇ, ਤੂੰ ਅੰਨੀ ਹੈ। ਔਰ ਇਸ ਦੇ ਨਾਲ ਕਾਂਬਾ ਛਿੜ ਪਵੇ, ਸੱਚਮੁੱਚ ਮੈਂ ਅੰਨੀ ਹਾਂ। ਸਾਈਂ ਲੋਕ ਨੇ ਕਿਸ ਤਰ੍ਹਾਂ ਮੈਨੂੰ ਨਿਸ਼ਚੈ ਕਰਵਾਇਆ ਹੈ। ਠੀਕ ਮੈਂ ਆਪਾ ਜਾਣਦੀ ਹਾਂ ਪਰ ਪਛਾਣਦੀ ਨਹੀਂ ਹਾਂ। ਦਾਤਾ ਜੀ ਕਈ ਦਿਨ ਸਾਡੇ ਘਰ ਨਹੀਂ ਆਏ। ਇੱਕ ਦਿਨ ਸੰਝ ਦਾ ਵੇਲਾ ਸੀ, ਮੈਂ ਤੇ ਪਿਤਾ ਜੀ ਬਜਰੇ ਵਿੱਚ ਸੈਲ ਕਰ ਰਹੇ ਸਾਂ। ਸਾਂਖ ਮਤ ਤੇ ਵਿਚਾਰ ਹੋ ਰਹੀ ਸੀ। ਉਹ ਕਹਿ ਰਹੇ ਸਨ ਈਸ਼ਵਰ ਸਿੱਧ ਨਹੀਂ ਹੁੰਦਾ ਤੇ ਮੈਂ ਕਹਿ ਰਹੀ ਸਾਂ ਕਿ ਸਿੱਧ ਹੈ। ਉਹ ਕਹਿ ਰਹੇ ਸਨ ਕਿ ਨਹੀਂ, ਉਹ ਕਰਤਾ ਤੇ ਗੁਰੂ ਨਹੀਂ ਹੈ ਤੇ ਮੈਂ ਕਹਿ ਰਹੀ ਸਾਂ ਕਿ ਨਹੀਂ, ਸ਼ਾਂਖ ਦਰਸ਼ਨ ਵਿੱਚ ਹੀ ਲਿਖਿਆ ਹੈ, ਸਹਿ ਸਰਵਵਿਤਰ ਸਰਵਤਰ ਕਰਤਾ। ਉਹੀ ਸਭ ਕੁਝ ਕਰਦਾ ਤੇ ਸਭ ਕੁਝ ਜਾਣਦਾ ਹੈ। ਐਸਾ ਸਰਬੱਗੇ ਤੇ ਸਰਬ ਸ਼ਕਤੀਮਾਨ ਈਸ਼ਵਰ ਸਿੱਧ ਹੈ। ਤਾਂ ਉਹ ਕਹਿਣ ਲੱਗੇ ਕਿ ਕਰਤਾਪਨ ਤਾਂ ਸੰਧੀ ਮਾਤਰ ਕਰਕੇ ਹੈ, ਪੁਰਖ ਅਸੰਗ ਹੈ, ਪ੍ਰਾਕਿਰਤੀ ਸੰਧੀ ਪਾ ਕੇ ਕਰਤਰੀ ਹੈ। ਪਰ ਜੋ ਸੂਤਰ ਤੀਸਰੇ ਅਧਿਆਇ ਦਾ ਤੂੰ ਕਿਹਾ ਹੈ, ਇਹ ਤਾਂ ਉਸ ਪੁਰਖ ਲਈ ਹੈ ਜੋ ਪੁਰਖ ਪ੍ਰਕਿਰਤੀ ਲਖਿਆ ਤੋਂ ਉੱਠਦਾ ਹੈ। ਉਹ ਇਤਨਾ ਸ਼ਕਤੀਮਾਨ ਹੋ ਜਾਂਦਾ ਹੈ। ਮੈਂ ਕਿਹਾ ਬਸ ਫਿਰ ਈਸ਼ਵਰ ਸਿੱਧ ਹੋ ਗਿਆ। ਉਹ ਬੋਲੇ ਇਸ ਈਸ਼ਵਰ ਨੂੰ ਸਾਂਖ ਨੇ ਮੰਨਿਆ ਹੈ। ਇੰਦ੍ਰੇਸ਼ੇਸ਼ਵਰ ਸਿੱਧੀ ਸਿੱਧਿਆ, ਅਰਥਾਤ ਇਹ ਈਸ਼ਵਰ ਤਾਂ ਸਿੱਧ ਹੈ, ਪਰ ਪੁਰਖ ਦਾ ਇਹ ਈਸ਼ਵਰਤਵ ਉਹ ਨਹੀਂ ਜੋ ਉਸ ਈਸ਼ਵਰ ਦਾ ਹੈ, ਜਿਸ ਨੂੰ ਹੋਰ ਮਤਾਂ ਨੇ ਸਾਜਣ ਤੇ ਸਹਾਰਨ ਵਾਲਾ ਵਰਣਨ ਕੀਤਾ ਹੈ ਤੇ ਜੋ ਇੱਕੋ ਹੈ। ਮੈਂ ਕਿਹਾ ਇਹ ਤਾਂ ਠੀਕ ਹੈ, ਪਰ ਤੱਕੋ ਯੋਗ ਦਰਸ਼ਨ ਨੇ ਈਸ਼ਵਰ ਕਿਕੂ ਸਿੱਧ ਕਰ ਲਿਆ ਹੈ। ਯੋਗ ਨੇ ਇੱਥੋਂ ਹੀ ਗੱਲ ਫੜੀ ਹੈ। ਉਸਨੇ ਕਿਹਾ ਹੈ ਕਿ ਕਲੇਸ਼ ਕਰਮ ਉਹਨਾਂ ਦੇ ਫਲ ਤੇ ਵਾਸ਼ਨਾ ਤੋਂ ਜੋ ਸਪਰਸ਼ ਨਹੀਂ ਕੀਤਾ ਗਿਆ ਇੱਕ ਪੁਰਖ ਵਿਸ਼ੇਸ਼ ਹੈ, ਉਹ ਈਸ਼ਵਰ ਹੈ। ਜੋ ਸਾਂਖ ਨੇ ਪੁਰਖ ਮੰਨਿਆ ਹੈ ਤਾਂ ਪੁਰਖ ਵਿੱਚ ਸਾਨੂੰ ਸਰਬਗਤਾ ਦਾ ਬੀਜ ਨਜ਼ਰ ਪੈਂਦਾ ਹੈ। ਉਹ ਹੁਣ ਇਹ ਸਰਬਗਿਆਤਾ ਪੁਰਖਾਂ ਵਿੱਚ ਵੱਧ ਘੱਟ ਦਿਸ ਪੈਂਦੀ ਹੈ। ਸੋ ਇਸ ਵਾਅਦੇ ਵਾਲੇ ਪਾਸੇ ਟੁਰੀਏ ਤਾਂ ਅੰਤ ਕਿਤੇ ਇਹ ਪੂਰਨ ਦਿਸੇਗੀ। ਉਹ ਪੁਰਖ ਜਿਸ ਵਿੱਚ ਇਹ ਸਰਵਗਤਾ ਨਿਰਤਿਸ਼ਯ ਅਰਥਾਤ ਪੂਰਨ ਹੋਵੇਗੀ, ਈਸ਼ਵਰ ਹੋਵੇਗਾ। ਸਾਧਾਰਨ ਪੁਰਖ ਤਾਂ ਜਨਮ ਧਾਰ ਅਭਿਆਸ ਵੈਰਾਗ ਕਰ ਸਿੱਧੀ ਪਾ ਲੈਂਦੇ ਹਨ, ਪਰ ਜਿੱਥੇ ਸਰਵਗਤਾ ਨਿਰਤਿਸ਼ਯ ਜਿਸ ਤੋਂ ਵੱਧ ਹੋਰ ਨਾ ਹੋਵੇਗੀ, ਉੱਥੇ ਇਸ ਗੱਲ ਦੀ ਲੋੜ ਨਾ ਰੱਖੇਗੀ ਕਿ ਜਨਮ ਲਏ, ਅਭਿਆਸ ਕਰੇ ਤਾਂ ਗਿਆਨ ਅਰੂੜ ਹੋਵੇ। ਉਹ ਕਾਲ ਨਾਲ ਅਵਿਛੇਦ ਨਹੀਂ। ਸੋ ਵੇਖ ਲਓ, ਸਾਂਖ ਤੋਂ ਹੀ ਈਸ਼ਵਰ ਸਦਾ ਥਿਰ ਨਿਤਯ ਈਸ਼ਵਰ ਸਰਬੱਗੇ ਤੋਂ ਕਲੇਸ਼ ਕਰਮ ਫਲ ਆਸ਼ੇ ਤੋਂ ਪਰੇ ਸਿੱਧ ਕਰ ਲਿਆ ਜਾ ਸਕਦਾ ਹੈ ਕਿ ਨਹੀਂ। ਪਿਤਾ ਜੀ ਹੱਸ ਪਏ ਤੇ ਕਹਿਣ ਲੱਗੇ ਤੂੰ ਚਤੁਰ ਹੋ ਗਈ ਹੈ। ਪਰ ਯੋਗ ਨੇ ਵੀ ਈਸ਼ਵਰ ਨੂੰ ਕਰਤਾ ਤਾਂ ਨਹੀਂ ਮੰਨਿਆ। ਮੈਂ ਕਿਹਾ ਪ੍ਰਕਿਰਤੀ ਜੜ ਹੈ, ਜੜ ਵਿੱਚ ਕਰਤਾਪਨ ਹੋ ਨਹੀਂ ਸਕਦਾ, ਚਾਹੇ ਕੋਈ ਪਿਆ ਕਹੇ ਕਿ ਹੋ ਸਕਦਾ ਹੈ। ਸੰਧੀ ਮਾਤਰ ਕਰਕੇ ਜਾਂ ਪ੍ਰਤੀਬਿੰਬ ਕਰਕੇ ਹਿਸਾਬ ਸਿਲਸਿਲਾ ਤੇ ਪ੍ਰਬੰਧ ਵਾਲੀ ਰਚਨਾ ਆਪੇ ਰਚੀ ਜਾਣੀ ਤਮਾਸ਼ਾ ਹੈ। ਪਿਤਾ ਜੀ ਮੁਸਕਰਾ ਪਏ ਤੇ ਅੱਗੇ ਖਬਰ ਨਹੀਂ ਕੀ ਕਹਿਣ ਲੱਗੇ ਸਨ ਤੇ ਮੈਂ ਅੱਜ ਉਹਨਾਂ ਨੂੰ ਸਾਂਖ ਤੋਂ ਯੋਗ ਤੇ ਯੋਗ ਵਿੱਚੋਂ ਵੈਦਾਂਤ ਵਿੱਚ ਲੈ ਜਾਣ ਦਾ ਵਿਚਾਰ ਕਰ ਹੀ ਰਹੀ ਸਾਂ ਕਿ ਦਰਿਆ ਦੇ ਕਿਨਾਰੇ ਤੋਂ ਇੱਕ ਦਿਲਖਿੱਚਵੀਂ ਕਾਨੜੇ ਦੀ ਧਵਨੀ ਉੱਠੀ ਜੋ ਸਾਨੂੰ ਦੋਹਾਂ ਪਿਤਾ ਪੁੱਤਰੀ ਨੂੰ ਇਸ ਤਰ੍ਹਾਂ ਧੂ ਗਈ ਕਿ ਧਿਆਨ ਉਧਰ ਜੁੜ ਗਿਆ ਤੇ ਚੁੱਪ ਛਾ ਗਈ। ਇਹ ਕੁਝ ਸੀ ਜੋ ਅਸਾਂ ਸਮਝਿਆ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਰਹਾਓ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਮਲਾਹ ਦੇ ਹੱਥ ਵੀ ਖਿੱਚ ਖਾ ਗਏ ਤੇ ਬਾਜਰਾ ਉਸੇ ਕਿਨਾਰੇ ਵੱਲ ਜਾ ਲੱਗਾ। ਅੱਗੇ ਦਾਤਾ ਜੀ ਨਦੀ ਕਿਨਾਰੇ ਇੱਕ ਡਾਢੇ ਚੌਂਦੇ ਰੰਗ ਭਰੇ ਚਿਹਰੇ ਵਿੱਚ ਗਦਗਦ ਬੈਠੇ ਸੀ। ਪਿਤਾ ਜੀ ਕਹਿਣ ਲੱਗੇ ਉਹ ਵੀ ਤਰਾਗ ਸਾਧੂ ਹੈ। ਅਸੀਂ ਉਤਰੇ, ਸੀਸ ਨਿਵਾਇਆ ਤੇ ਕਿਹਾ ਦਾਤਾ ਜੀ ਅੱਜ ਸਾਡੇ ਚੱਲੋ। ਤਾਂ ਕਹਿਣ ਲੱਗੇ ਚਲੋ ਬਈ ਚਲੀਏ। ਤੇ ਫਿਰ ਇਉਂ ਬੋਲੀ ਗਏ। ਸਵਾਲ ਇਹ ਨਹੀਂ ਕਿ ਕਰਤਾਰ ਤੋਂ ਬਿਨਾਂ ਸੰਸਾਰ ਦੀ ਰਚਨਾ ਸਮਝ ਆ ਸਕਦੀ ਹੈ, ਇਸ ਕਰਕੇ ਕਰਤਾਰ ਦੀ ਕੀ ਲੋੜ ਹੈ, ਪਰ ਇਹ ਕਿ ਇਸ ਰਚਨਾ ਦਾ ਰਚਨਹਾਰ ਹੈ ਕਿ ਨਹੀਂ।
ਜੇ ਬਿਨਾਂ ਉਸ ਨੂੰ ਸਮਝੇ ਦੇ ਰਚਨਾ ਸਮਝ ਆ ਜਾਵੇ ਤਾਂ ਇਹ ਕਿਸ ਤਰ੍ਹਾਂ ਸਿੱਧ ਹੋ ਗਿਆ ਕਿ ਕਰਤਾਰ ਹੈ ਨਹੀਂ। ਇਹ ਕਹਿ ਕੇ ਆਪ ਹੱਸ ਪਏ। ਪ੍ਰਕਿਰਤੀ ਜੜ ਹੈ। ਪ੍ਰਕਿਰਤੀ ਵਿੱਚ ਹੀ ਤ੍ਰੈ ਗੁਣ ਹਨ। ਵਟਾਓ ਸਟਾਓ ਸਾਰੇ ਪ੍ਰਕਿਰਤੀ ਵਿੱਚ ਹਨ, ਪਰ ਪੁਰਖ ਚੇਤਨ ਹੈ, ਗੁਣਾਤੀਤ ਹੈ, ਅਮਰ ਹੈ। ਤਾਂ ਸਾਰੇ ਪੁਰਖ ਐਨ ਇੱਕੋ ਜਿਹੇ ਹੋ ਗਏ, ਆਪੋ ਵਿੱਚ ਕੋਈ ਫਰਕ ਨਹੀਂ। ਤਾਂ ਪੁਰਖ ਅਨੇਕਾਂ ਕਿਉਂ, ਇੱਕ ਕਿਉਂ ਨਾ। ਫਰਕ ਬਿਨਾਂ ਅਨੇਕਤਾ ਹੋ ਹੀ ਨਹੀਂ ਸਕਦੀ। ਪ੍ਰਕਿਰਤੀ ਜੜ ਤੇ ਪ੍ਰਕਿਰਤੀ ਤੋਂ ਪੁਰਖ ਸੁਤੰਤਰ ਦੋਵੇਂ ਆਪੋ ਵਿੱਚ ਰਲ ਮਿਲ ਬੈਠੇ। ਦੋਵਾਂ ਵਿੱਚ ਐਸੇ ਮੇਲ ਦੀ ਯੋਗਤਾ ਕਿ ਇੱਕ ਦੂਜੇ ਨਾਲ ਮਿਲ ਕੇ ਐਸੀ ਸੁੰਦਰ ਰਚਨਾ ਹੋ ਜਾਵੇ, ਕਿਸਨੇ ਸੋਚੀ ਤੇ ਪੈਦਾ ਕੀਤੀ। ਇੱਕ ਆਦਮੀ ਤਕੜਾ ਤੇ ਅੰਨਾ ਹੈ, ਇੱਕ ਲੰਗੜਾ ਹੈ ਪਰ ਸੁਜਾਖਾ ਹੈ। ਦੋਵੇਂ ਇੱਕ ਦੂਜੇ ਨਾਲ ਫੱਬ ਕੇ ਰਲ ਬੈਠੇ। ਅੰਨਾ ਘੋੜੀ ਬਣਿਆ, ਲੰਗੜਾ ਉੱਤੇ ਚੜਿਆ ਤੇ ਬਾਗ ਵਿੱਚ ਪਹੁੰਚ ਕੇ ਸੁਜਾਖੇ ਨੇ ਫਲ ਤੋੜੇ ਤੇ ਦੋਹਾਂ ਨੇ ਖਾਧੇ। ਇੱਕ ਅੰਨਾ ਹੋਵੇ ਪਰ ਹੋਰ ਅੰਗ ਠੀਕ ਹੋਣ ਤੇ ਲੰਗੜਾ ਸੁਜਾਖਾ ਹੋਵੇ ਤੇ ਦੋਵੇਂ ਯੋਗਤਾ ਪੂਰਵਕ ਤੇ ਸਾਂਝੀ ਗਰਜ ਪਿੱਛੇ ਰਲ ਜਾਣ ਤਾਂ ਅਚਰਜ ਨਹੀਂ। ਹਾਂ, ਸਾਂਝੀ ਗਰਜ, ਪਰ ਇਹ ਕਿਕੂ ਆਪੇ ਹੋ ਗਿਆ, ਜਦ ਕਿ ਪੁਰਖ ਸਤੇ ਬੇਗਰਜ਼ ਤੇ ਪ੍ਰਧਾਨ ਜੜ ਹੋਣ ਕਰਕੇ ਬੇਗਰਜ਼ ਹੈ। ਹੱਸ ਪਏ। ਦੇਖੋ ਜੀ, ਪ੍ਰਕਿਰਤੀ ਪਰਮ ਮਾਤਰ ਨਹੀਂ ਪਰ ਸੱਚੀ ਮੁੱਚੀ ਹੈ, ਤੇ ਪੁਰਖ ਵੀ ਸੱਚੀ ਮੁੱਚੀ ਹੈ, ਤਾਂ ਦੋਵਾਂ ਦਾ ਸੰਜੋਗ ਵੀ ਸੱਚੀ ਮੁੱਚੀ ਹੈ। ਹੁਣ ਦੁੱਖ ਤੇ ਪੀੜਾ ਸੱਚੀ ਮੁੱਚੀ ਦੇ ਸੰਜੋਗ ਵਿੱਚ ਹੈ। ਇਸ ਦੁੱਖ ਦਾ ਦਾਰੂ ਇਸ ਗੱਲ ਦਾ ਗਿਆਨ ਹੈ ਕਿ ਪੁਰਖ ਅਤੀਤ ਹੈ, ਪ੍ਰਕਿਰਤੀ ਜੜ ਹੈ। ਜਦ ਪ੍ਰਕਿਰਤੀ ਪਰਮ ਮਾਤਰ ਨਹੀਂ ਸੱਚੀ ਮੁੱਚੀ ਹੈ, ਤਾਂ ਉਸ ਦਾ ਬੰਧਨ ਗਿਆਨ ਨਾਲ ਕਿਉਂ ਕੱਟੇ। ਗਿਆਨ ਦਾ ਕੰਮ ਹੈ ਅਗਿਆਨ ਯਾਨੀ ਮਾਇਆ ਜਾਂ ਭੁਲੇਖੇ ਦਾ ਦੂਰ ਕਰਨਾ। ਜਦ ਸੰਜੋਗ ਸੱਚੀ ਮੁੱਚੀ ਦਾ ਹੈ ਤਾਂ ਗਿਆਨ ਉਸ ਨੂੰ ਕਿਉਂ ਕੱਟ ਸਕਦਾ ਹੈ। ਸੱਚੀ ਮੁੱਚੀ ਦੇ ਸੰਜੋਗ ਦਾ ਜਦ ਗਿਆਨ ਪ੍ਰਾਪਤ ਹੋਵੇਗਾ ਤਾਂ ਸੰਜੋਗ ਦੀ ਯਥਾਰਥ ਅਵਸਥਾ ਸਾਫ਼-ਸਾਫ਼ ਸਮਝ ਵਿੱਚ ਪੈ ਜਾਵੇਗੀ ਨਾ ਕਿ ਟੁੱਟ ਜਾਏਗੀ। ਗਿਆਨ ਸੰਜੋਗ ਨੂੰ ਸਮਝਾਏਗਾ ਨਾ ਕਿ ਤੋੜੇਗਾ। ਨੁਕਤਾ ਇਹ ਹੈ ਕਿ ਜਾਂ ਤਾਂ ਸੰਜੋਗ ਸੱਚੀ ਮੁੱਚੀ ਹੈ ਜਾਂ ਸੱਚੀ ਮੁੱਚੀ ਨਹੀਂ ਹੈ, ਭਰਮ ਮਾਤਰ ਹੈ। ਜੇ ਸੱਚੀ ਮੁੱਚੀ ਹੈ ਤਾਂ ਗਿਆਨ ਉਸ ਨੂੰ ਦੂਰ ਨਹੀਂ ਕਰ ਸਕਦਾ। ਗਿਆਨ ਅਗਿਆਨ ਨੂੰ ਕੱਟ ਸਕਦਾ ਹੈ, ਸੱਚੀ ਮੁੱਚੀ ਦੇ ਮੇਲ ਨੂੰ ਨਹੀਂ ਕੱਟ ਸਕਦਾ। ਭਲਾ ਜੇਕਰ ਪੁਰਖ ਤੇ ਪ੍ਰਕਿਰਤੀ ਦਾ ਸੰਜੋਗ ਭਰਮ ਮਾਤਰ ਹੈ ਤਾਂ ਪ੍ਰਕਿਰਤੀ ਨੂੰ ਮਾਇਆ ਮੰਨਣਾ ਪਵੇਗਾ, ਜੋ ਪੁਰਖ ਨੂੰ ਕਿਸੇ ਤਰ੍ਹਾਂ ਪਈ ਤੇ ਗਿਆਨ ਨੇ ਦੂਰ ਕੀਤੀ। ਜੇ ਪੁਰਖ ਤੇ ਪ੍ਰਕਿਰਤੀ ਦੋ ਨਹੀਂ ਇੱਕੋ ਆਤਮਾ ਹੈ ਤਾਂ ਵਿਦਾਂਤ ਹੋ ਗਿਆ, ਸਾਂਖ ਖਤਮ। ਤੇ ਜੇ ਇੱਕੋ ਪ੍ਰਕਿਰਤੀ ਹੈ ਤਾਂ ਚਾਰ ਵਾਕਿਆ ਹੋ ਗਿਆ, ਸਾਂਖ ਸਮਾਪਤ। ਹਾਂ, ਜੇ ਪੁਰਖ ਕੋਈ ਅਸਿੱਖਿਅਤ ਸ਼ੈ ਹੈ ਤੇ ਪ੍ਰਕਿਰਤੀ ਵਿੱਚ ਤਜਰਬੇ ਦੀ ਖਾਤਰ ਵੜਦਾ ਹੈ ਤੇ ਤਜਰਬਾ ਕਰਕੇ ਸੁਸਿੱਖਿਅਤ ਹੋ ਜਾਂਦਾ ਹੈ ਤਾਂ ਕੁਝ ਗੱਲ ਬਣ ਜਾਂਦੀ ਹੈ। ਗੁਣ ਗ੍ਰਾਹਕ ਬਣੋ ਜੀ। ਸਾਂਖ ਨੇ ਵਿਤਰੇਕ ਬੁੱਧੀ ਨਾਲ ਤਜਰਬੇ ਦੀ ਜਾਂਚ ਪੜਤਾਲ ਦੇ ਪੂਰਨੇ ਵਾਹ ਕੇ ਵਿਗਿਆਨ ਦਾ ਰਾਹ ਖੋਲਿਆ ਤੇ ਪੁਰਖ ਅਰਥਾਤ ਆਤਮਾ ਦੀ ਹੋਂਦ ਪ੍ਰਤੀਪਾਦਨ ਕਰ ਦਿੱਤੀ। ਮਨ ਜੀ, ਚੜ੍ਹਦੀਆਂ ਕਲਾਂ ਵਿੱਚ ਖੇਡੋ। ਇਹ ਸਾਰੇ ਸਿਆਣੇ ਰਚਨਾ ਵਿੱਚ ਉਦਾਸੀ ਤੇ ਢਹਿੰਦੀਆਂ ਕਲਾਂ ਦੇ ਰੰਗ ਵੇਖ ਕੇ ਉਧਰਦੇ ਹਨ। ਦੁੱਖ ਕਿੱਥੇ ਹੈ, ਪੀੜਾ ਕਿੱਥੇ ਹੈ। ਮਾਂ ਨਾਲ ਯਾਨੀ ਕਾਰਨ ਨਾਲ ਸਦਾ ਮੇਲ ਜਦ ਪ੍ਰਾਪਤ ਹੋ ਗਿਆ, ਫਿਰ ਬੁਰਾ ਨਹੀਂ ਸਭ ਭਲਾ ਹੈ, ਹਾਰ ਨਹੀਂ ਸਭ ਜਿੱਤ ਹੈ। ਇਉਂ ਆਪਣੇ ਆਪ ਨਾਲ ਆਖਦੇ ਹੱਸਦੇ ਤੇ ਖੇਡਦੇ ਸਾਡੇ ਨਾਲ ਟੁਰੀ ਗਏ। ਸਾਂਖ ਤੇ ਇਹ ਵਿਚਾਰਾਂ ਠੀਕ ਸਨ। ਘਰ ਆ ਗਿਆ ਤੇ ਅਸੀਂ ਦਾਤਾ ਜੀ ਨੂੰ ਅੱਜ ਬਹੁਤ ਪਿਆਰ ਨਾਲ ਅੰਨ ਖਿਲਾਇਆ। ਜਦ ਟੁਰਨ ਲੱਗੇ ਤਾਂ ਮੈਂ ਆਖਿਆ, ਦਾਤਾ ਜੀ ਕੀ ਮੈਂ ਅੰਨੀ ਹਾਂ? ਦਾਤਾ, ਉਹ ਅੰਧਾ ਹੈ ਜੋ ਆਪਾ ਨਾ ਪਛਾਣੇ। ਮੈਂ ਕਿਹਕੋ ਪਛਾਣਾ? ਦਾਤਾ, ਤੂੰ ਤਾਂ ਬ੍ਰਹਮ ਹੈ, ਇਸ ਅਟਾਰੀ ਤੋਂ ਹੇਠਾਂ ਉਤਰ। ਮੈਂ ਕਿਹਕੋ ਉਤਰਾਂ? ਦਾਤਾ, ਪਹਿਲੋਂ ਆਪ ਨੂੰ ਪਛਾਣ। ਆਪ ਪਛਾਣੇਗੀ ਤਾਂ ਸੁਜਾਖੀ ਹੋ ਜਾਵੇਂ। ਸੁਜਾਖੀ ਹੋ ਕੇ ਬ੍ਰਹਮ ਨੂੰ ਲੱਭਣ ਦੀ ਯੋਗਤਾ ਪੈਦਾ ਹੋਵੇਗੀ। ਤਦੋਂ ਤੂੰ ਕੀਮਤ ਕੂਤ ਦੀ ਜਾਣੂ ਹੋ ਕੇ ਬ੍ਰਹਮ ਨੂੰ ਪਛਾਣੇਗੀ। ਇਸ ਪਛਾਣ ਦੇ ਆਇਆ ਤੂੰ ਅਵਸਥਾ ਸਰਬ ਅਵਸਥਾ ਤੋਂ ਨਿਕਲ ਕੇ ਯਥਾਰਥ ਨੂੰ ਪਹੁੰਚੇਗੀ।
ਤੂੰ ਸੱਚ ਨੂੰ ਪਛਾਣੇਗੀ, ਸੱਚ ਵਿੱਚ ਖੇਡੇਂਗੀ, ਸੱਚ ਵਿੱਚ ਰਸ ਮਾਣੇਗੀ ਤੇ ਉਹ ਚੜ੍ਹਦੀ ਕਲਾ ਜੋ ਸੱਚ ਤੇ ਅਮੁੱਲਿਆ ਹੈ ਤੂੰ ਪਾਵੇਂਗੀ। ਮੈਂ ਕੀਕੂ ਪਛਾਣਾ, ਇਹ ਮੇਰਾ ਕਹਿਣਾ ਸੀ ਕਿ ਆਪ ਦੇ ਨੇਤਰ ਮੁੰਦ ਗਏ। ਪ੍ਰੀਤਮ ਜੀ ਮੂੰਹੋਂ ਨਿਕਲਿਆ, ਨੈਣਾ ਤੋਂ ਨੀਰ ਵਗਿਆ, ਨਾਲ ਹੀ ਮੇਰੇ ਸਰੀਰ ਵਿੱਚ ਇੱਕ ਝਰਨਾਹਟ ਛਿੜੀ। ਮੇਰੇ ਨੈਣੀ ਜਲ ਭਰ ਆਇਆ ਤੇ ਮੈਂ ਕਿੰਨਾ ਚਿਰ ਮੂਰਛਿਤ ਜਿਹੀ ਖੜੀ ਰਹੀ। ਜਦ ਅੱਖ ਖੁੱਲੀ ਤਾਂ ਦਾਤਾ ਜੀ ਟੁਰ ਚੁੱਕੇ ਸਨ। ਦੂਏ ਦਿਨ ਦਾਤਾ ਜੀ ਆਪੇ ਹੀ ਆ ਗਏ। ਹੱਸਦੇ ਹੱਸਦੇ ਖਿੜੇ ਮੱਥੇ ਤੇ ਲਸਦੇ ਚਿਹਰੇ ਆਖਣ ਲੱਗੇ, ਜੀ ਦਾਨ ਜੀ ਦਾਨ। ਮੈਂ, ਦਾਤਾ ਜੀ ਮੈਂ ਅੰਨੀ ਹਾਂ, ਪਰ ਰਾਤ ਸੋਚਿਆ ਹੈ ਕਿ ਮੈਂ ਯੋਗ ਕਰਾਂ ਤਾਂ ਬ੍ਰਹਮ ਹੋਵਾਂਗੀ। ਦਾਤਾ, ਯੋਗ ਦਾ ਕੀ ਅੰਗ ਕਰੇਂਗੀ? ਮੈਂ, ਪ੍ਰਾਣਾਯਾਮ ਕਰਾਂਗੀ। ਦਾਤਾ, ਤੇ ਯਮ ਨਿਯਮ? ਮੈਂ, ਉਹਨਾਂ ਦਾ ਕੀ ਹੈ? ਦਾਤਾ, ਤਤ ਕਿੰਗਰੀ ਵਜੇਗੀ, ਪੰਡਤਾਂ ਦੇ ਘਰ ਪਾਠੀ ਚੋਏਗੀ ਤੇ ਗੋਰਖ ਗੋਰਖ ਹੋਵੇਗੀ। ਮੈਂ, ਕਿਉਂ? ਦਾਤਾ, ਯਮ ਨਿਯਮ ਦਾ ਮਤਲਬ ਹੈ ਹਰ ਪਹਿਲੂ ਤੋਂ ਸਦਾਚਾਰ ਠੀਕ ਹੋਵੇ, ਅਰਥਾਤ ਆਚਰਣ ਚਾਲ ਚਲਨ ਪਵਿੱਤਰ ਹੋਵੇ, ਜੋ ਫੋਕੀ ਪੰਡਤਾਈ ਦੇ ਪੱਲੇ ਹੈ ਨਹੀਂ। ਸ਼ਾਸਤਰ ਪੜ੍ਹ ਕੇ ਕੁਛ ਲੋੜ ਵੀ ਘਟ ਜਾਂਦੀ ਹੈ। ਮੈਂ, ਦਾਤਾ ਹੈ ਤਾਂ ਸੱਚ। ਦਾਤਾ, ਫਿਰ ਕੀ ਬਣ ਸੀ? ਮੈਂ, ਚਿੱਤ ਬਿਰਤੀਆਂ ਰੁਕ ਕੇ ਕਲੇਸ਼ ਦਾ ਨਾਸ਼। ਦਾਤਾ, ਫਿਰ ਕੀ? ਮੈਂ, ਫਿਰ ਦ੍ਰਿਸ਼ਟਾ ਦੀ ਸਰੂਪ ਵਿੱਚ ਸਥਿਤੀ। ਦਾਤਾ, ਨੀਂਹ ਕੱਚੀ ਉਸ ਤੇ ਉਸਾਰੀ, ਯਮ ਨਿਯਮ ਤੋਂ ਬਿਨਾਂ ਨਿਰੋਧ ਕੀ ਮੁਰਦਾ ਨਿਰੋਧ। ਮੈਂ, ਘਬਰਾ ਕੇ ਮੁਰਦਾ ਨਿਰੋਧ? ਦਾਤਾ, ਯਮ ਨਿਯਮ ਬਿਨਾਂ ਨਿਰੋਧ ਜੀਵਨ ਪਥ ਤੇ ਨਹੀਂ ਲਿਜਾ ਸਕਦਾ। ਮੇਲ ਤੇ ਵਿਖੇਪ ਦੋਏ ਦੂਰ ਕਰਨੇ ਹਨ। ਮੈਂ, ਫਿਰ ਪਹਿਲਾਂ ਇਹ ਕਰਾਂ ਫਿਰ ਕੇਵਲ। ਦਾਤਾ, ਰਤਾ ਹੋਰ ਅਗੇਰੇ। ਮੇਲ, ਫਿਰ ਹੱਸ ਕੇ ਗਾਵੇ, ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੇ ਜੋ ਮਿਲੇ, ਮਿਲਿਆ ਕਹੀਏ ਸੋਏ। ਕੋਲ ਬੈਠੇ ਨੇੜੇ ਆ ਗਏ ਤਾਂ ਮਿਲੇ ਹੋਏ ਨਹੀਂ ਆਉਂਦੇ। ਪਰਮ ਆਤਮਾ ਵਿੱਚ ਆਤਮਾ ਮਿਲੇ ਤਾਂ ਮਿਲੇ। ਪਰਮ ਆਤਮਾ ਜਿਉਂਦੀ ਜਾਗਦੀ ਜੋਤ ਤੇ ਜੀਵ ਆਤਮਾ ਵੀ ਜਾਗਦੀ ਸੇ। ਦੋਹਾਂ ਵਿੱਚ ਮੇਲ ਦਾ ਸਾਧਨ ਹੋਵੇ ਤਾਂ ਮੇਲ ਹੈ। ਮੈਂ ਕਿਹਾ, ਜੀਵ ਤੱਤ ਨੂੰ ਪੁਰਖ ਵਿਸ਼ੇਸ਼ ਨਾਲ ਮਿਲਣ ਦੀ ਕੀ ਲੋੜ? ਦਾਤਾ, ਨੇਤਰ ਮੁੰਦ ਗਏ। ਪ੍ਰੀਤਮ ਜੀ ਜਲ ਕਿਰਪਿਆ, ਚਿਹਰਾ ਬਦਲ ਗਿਆ। ਮੇਰੇ ਵੀ ਨੈਣ ਭਰ ਆਏ, ਝਰਨਾਹਟ ਛਿੜੀ, ਲੂ ਕੰਡੇ ਖੜੇ ਹੋ ਗਏ। ਜਦ ਅੱਖਾਂ ਖੁੱਲੀਆਂ ਤਾਂ ਦਾਤਾ ਜੀ ਟੁਰ ਗਏ ਸੇ ਤੇ ਮੇਰੇ ਸਾਹਮਣੇ ਕੰਧ ਤੇ ਲਿਖਿਆ ਸੀ, ਤੂੰ ਨਾਸਤਕ ਹੈ, ਤੂੰ ਨਾਸਤਕ ਹੈ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲੇਖ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।